ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਕੈਨੇਡਾ ਤੋਂ ਬਾਅਦ ਜੇ ਕੋਈ ਆਪਸ਼ਨ ਬਚਦੀ ਹੈ ਤਾਂ ਸਟੂਡੈਂਟਸ ਵਾਸਤੇ ਯੂਕੇ ਤੇ ਯੂਐਸਏ 'ਚ ਚੂਜ਼ ਕਰਨਾ ਬੜਾ ਮੁਸ਼ਕਲ ਹੁੰਦਾ। ਕਈ ਵਾਰ ਸਟੂਡੈਂਟ ਸਮਝ ਨਹੀਂ ਪਾਉਂਦੇ ਕਿ ਉਹਨਾਂ ਦੇ ਪ੍ਰੋਫਾਈਲ ਦੇ ਹਿਸਾਬ ਨਾਲ ਉਹਨਾਂ ਨੂੰ ਯੂਕੇ ਅਪਲਾਈ ਕਰਨਾ ਚਾਹੀਦਾ ਜਾਂ ਯੂਐਸਏ। ਸੋ ਸਟੂਡੈਂਟਸ ਕਿਸ ਤਰੀਕੇ ਨਾਲ ਇਸ ਦੁਵਿਧਾ 'ਚ ਡਿਸੀਜਨ ਲੈਣ, ਅੱਜ ਦੇ ਸ਼ੋਅ ਦੇ ਵਿੱਚ ਅਸੀਂ ਆਪਣੇ ਐਕਸਪਰਟਸ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਸਟੂਡੈਂਟ ਤੁਹਾਡੇ ਕੋਲ ਜਦੋਂ ਆਉਂਦਾ ਹੈ ਕੀ ਮਨ ਬਣਾ ਕੇ ਹੀ ਆਉਂਦਾ ਜਾਂ ਯੂਐਸਏ ਯੂਕੇ ਦਾ ਕਨਫਿਊਜ਼ਨ ਵਾਲੇ ਸਟੂਡੈਂਟ ਵੀ ਤੁਹਾਡੇ ਕੋਲ ਆਉਂਦੇ ਨੇ? ਦੇਖੋ ਦੀਪਕ ਜੀ, ਅੱਜ ਦੇ ਟਾਈਮ ਦੇ ਵਿੱਚ ਜਦੋਂ ਅਸੀਂ ਇਮੀਗ੍ਰੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤਾਂ ਉਹਦੇ ਵਿੱਚ ਸਟੂਡੈਂਟਸ ਦਾ ਬਹੁਤ ਸਾਰੀ ਆਪਾਂ ਮਿਸਕਨਸੈਪਸ਼ਨ ਦੇਖਦੇ ਹਾਂ ਔਰ ਪ੍ਰੋਸੈਸ ਦੇ ਵਿੱਚ ਜਦੋਂ ਸਟੂਡੈਂਟ ਚੱਲਦਾ ਹੈ ਤਾਂ ਉਹਦੇ ਜੋ ਵੀ ਪੈਰਾਮੀਟਰਸ ਨੇ, ਜੋ ਵੀ ਮੇਜਰ ਐਸਪੈਕਟਸ ਨੂੰ ਸਮਝਣਾ ਚਾਹੀਦਾ, ਉਹ ਬਹੁਤ ਜ਼ਿਆਦਾ ਇਗਨੋਰ ਕੀਤੇ ਜਾਂਦੇ ਨੇ। ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਆਉਂਦੀ ਹੈ ਕਿ ਕੰਟਰੀ ਦੀ ਸਿਲੈਕਸ਼ਨ ਕੀ ਹੋਣੀ ਚਾਹੀਦੀ ਹੈ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗਲੀ। ਕਿਸ ਕੰਟਰੀ ਦੇ ਵਿੱਚ ਟਰਮਸ ਐਂਡ ਕੰਡੀਸ਼ਨਸ ਨੂੰ ਲੈ ਕੇ, ਐਡਮਿਸ਼ਨ ਰਿਕੁਆਇਰਮੈਂਟਸ ਨੂੰ ਲੈ ਕੇ ਤੁਹਾਡਾ ਪ੍ਰੋਫਾਈਲ ਜਿਹੜਾ ਉਹ ਕੰਪੈਟੇਬਲ ਹੈ। ਮੋਸਟਲੀ ਅੱਜ ਦੇ ਟਾਈਮ 'ਚ ਕੈਨੇਡਾ ਦੀ ਗੱਲ ਕਰੀਏ ਤਾਂ ਸਟੂਡੈਂਟਸ ਦੀ ਇੱਕ ਚੀਜ਼ ਕਲੀਅਰ ਹੋ ਚੁੱਕੀ ਹੈ ਕਿ SDS ਐਪਲੀਕੇਸ਼ਨਸ ਹੀ ਇੱਕ ਪ੍ਰਾਇੋਰਟੀ ਕਲਾਸ ਦੇ ਵਿੱਚ ਨੇ। ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਉੱਥੇ ਓਵਰਆਲ ਪਰਸੈਂਟੇਜ, ਇੰਡੀਵਿਜੂਅਲ ਪਰਸੈਂਟੇਜ, ਆਇਲਸ ਦਾ PTE ਦਾ ਡਿਫਾਈਨਡ ਸਕੋਰ ਚਾਹੀਦਾ ਹੈ। ਗੈਪ ਨੂੰ ਲੈ ਕੇ ਬਹੁਤ ਰਿਜਿਡ ਹੈ। ਸੋ ਉੱਥੇ ਬਹੁਤ ਸਾਰੇ ਸਟੂਡੈਂਟ ਵੀ ਆਪਣੇ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਕਈ ਵਾਰ ਬਹੁਤ ਗਲਤੀਆਂ ਕਰਦੇ ਨੇ ਔਰ ਉੱਥੇ ਵੀ ਰਿਜੈਕਸ਼ਨ ਸਟੂਡੈਂਟ ਨੂੰ ਦੇਖਣ ਨੂੰ ਮਿਲਦੀ ਹੈ। ਅਗਰ ਮੈਂ ਗੱਲ ਕਰਾਂ ਇੱਕ ਐਵਰੇਜ ਪ੍ਰੋਫਾਈਲ ਸਟੂਡੈਂਟ ਦੀ ਜਿਹਦੇ 55 to 60% ਨੰਬਰ ਨੇ, 2 ਮੋਡਿਊਲ 'ਚ 5.5 ਨੇ, 4 ਸਾਲ 5 ਸਾਲ ਦਾ ਗੈਪ ਹੋ ਚੁੱਕਾ ਹੈ, ਉਹਦੇ ਲਈ ਨਾ ਤੇ ਆਸਟ੍ਰੇਲੀਆ ਉਹਨੂੰ ਵੈਲਕਮ ਕਰ ਰਿਹਾ ਨਾ ਉਹਦੇ ਲਈ ਕੈਨੇਡਾ ਦੇ ਵਿੱਚ ਕੋਈ ਇਦਾਂ ਦੇ ਪੋਜ਼ਿਟਿਵ ਪੁਆਇੰਟਸ ਜਨਰੇਟ ਹੋ ਰਹੇ ਨੇ। ਉੱਥੇ ਫਿਰ ਗੱਲ ਆਉਂਦੀ ਹੈ ਕਿ ਉਹ ਸਟੂਡੈਂਟ ਯੂਕੇ ਜਾਂ US ਕਿਹਦੇ ਵਿੱਚ ਅਪਲਾਈ ਕਰੇ, ਕਿਹੜਾ ਬੈਸਟ ਆਪਸ਼ਨ ਹੈ ਉਹਦੇ ਲਈ। ਜਦੋਂ ਅਸੀਂ US ਤੇ UK ਨੂੰ ਕੰਪੇਅਰ ਕਰਦੇ ਹਾਂ ਤਾਂ ਦੋਨੋਂ ਹੀ ਕੰਟਰੀਜ਼ ਬਹੁਤ ਵਰਸੇਟਾਈਲ ਹੈ। ਦੋਨੋਂ ਹੀ ਕੰਟਰੀਜ਼ ਬਹੁਤ ਰਿਲੈਕਸਡ ਐਡਮਿਸ਼ਨ ਰਿਕੁਆਇਰਮੈਂਟਸ ਦੇ ਜ਼ਰੀਏ ਸਟੂਡੈਂਟ ਨੂੰ ਰਿਕਰੂਟ ਕਰਦੇ ਆ। ਬਹੁਤ ਫਲੈਕਸੀਬਲ ਕੰਡੀਸ਼ਨਸ ਨੇ ਦੋਨੋਂ ਕੰਟਰੀਜ਼ ਦੇ ਵਿੱਚ, ਵਿਦ ਆਇਲਸ, ਵਿਦਆਊਟ ਆਇਲਸ ਆਪਸ਼ਨ ਜਿਹੜੀਆਂ ਨੇ ਉਹ ਅਵੇਲੇਬਲ ਹੈਗੀਆਂ ਨੇ। ਔਰ ਵੀਜ਼ਾ ਸਕਸੈਸ ਰੇਟ ਵੀ ਮੈਂ ਗੱਲ ਕਰਾਂ, ਅਨਡਾਊਟਡਲੀ UK ਬਹੁਤ ਵਧੀਆ ਚੱਲ ਰਿਹਾ ਪਿਛਲੇ 2-3 ਸਾਲ ਤੋਂ, ਬਟ US ਵੀ ਪਿਛਲੇ 6 ਮਹੀਨੇ ਨੂੰ ਵੀ ਆਪਾਂ ਕੰਸੀਡਰ ਕਰੀਏ ਤਾਂ US ਨੇ ਵੀ ਬਹੁਤ ਪੋਜ਼ਿਟਿਵ ਨੋਟਸ ਦੇ ਉੱਤੇ ਸਟੂਡੈਂਟ ਨੂੰ, ਜ਼ਿਆਦਾ ਨੰਬਰ ਆਫ ਸਟੂਡੈਂਟਸ ਨੂੰ ਪੋਜ਼ਿਟਿਵ ਰਿਜ਼ਲਟਸ ਦਿੱਤੇ ਨੇ। ਸੋ ਜਦੋਂ US ਦੀ ਗੱਲ ਆਉਂਦੀ ਹੈ ਡੈਫੀਨੇਟਲੀ ਸਟੂਡੈਂਟ ਗੈਪ ਦੇ ਨਾਲ ਵੀ ਅਪਲਾਈ ਕਰਦਾ ਹੈ, ਵਿਦ ਆਇਲਸ ਵੀ ਕਰਦਾ ਹੈ, ਵਿਦਆਊਟ ਵੀ ਕਰਦਾ ਹੈ। ਬਟ US 'ਚ ਮੇਰੀ ਇੱਕ ਰਿਕਮੈਂਡੇਸ਼ਨ ਇਹ ਰਹਿੰਦੀ ਹੈ ਸਟੂਡੈਂਟ ਨੂੰ ਕਿ ਜਿਹੜਾ ਵੀ ਸਟੂਡੈਂਟ USA ਅਪਲਾਈ ਕਰਨਾ ਚਾਹੁੰਦਾ ਹੈ ਉਹ ਆਪਣੀਆਂ ਕਮਿਊਨੀਕੇਸ਼ਨ ਸਕਿੱਲਸ ਨੂੰ ਜ਼ਰੂਰ ਕੰਟਰੋਲ ਕਰੇ। ਡੈਫੀਨੇਟਲੀ ਰੀਜ਼ਨ ਬੀਇੰਗ ਕਿ ਇਹ ਇੱਕ ਕੰਟਰੀ ਹੈ ਜਿਹੜਾ ਇੰਟਰਵਿਊ ਬੇਸਡ ਹੈ, ਇਹਦਾ ਹੋਰ ਕੋਈ ਆਲਟਰਨੇਟ ਬਾਤ ਨਹੀਂ ਹੈ। ਸਟੂਡੈਂਟ ਨੂੰ ਈਦਰ ਅੰਡਰ ਗ੍ਰੈਜੂਏਟ ਲੈਵਲ ਤੇ ਜਾ ਰਿਹਾ ਚਾਹੇ ਉਹ ਮਾਸਟਰਸ ਲੈਵਲ ਤੇ ਜਾ ਰਿਹਾ ਤਾਂ ਉਹ ਇੰਟਰਵਿਊ ਦੇ ਜ਼ਰੀਏ ਜਾਣਾ। ਸੋ ਅਗਰ ਸਟੂਡੈਂਟ ਦੀਆਂ ਕਮਿਊਨੀਕੇਸ਼ਨ ਸਕਿੱਲਸ ਠੀਕ ਨੇ, ਉਹ ਆਪਣੇ ਆਪ ਨੂੰ ਵੈਲ ਪ੍ਰੈਜ਼ੈਂਟ ਕਰ ਸਕਦਾ ਹੈ 5 ਤੋਂ 7 ਮਿੰਟ ਦਾ ਜਿਹੜਾ ਇੰਟਰਵਿਊ ਹੈ, ਤਾਂ US ਕੰਟਰੀ ਉਹਦੇ ਲਈ ਬਹੁਤ ਅੱਛਾ ਹੈ। ਕਿਉਂਕਿ ਇਹਦੇ ਵਿੱਚ ਇਸ ਤੋਂ ਬਾਅਦ ਅਗਰ ਮੈਂ ਉਹਦੇ ਫਿਊਚਰ ਪ੍ਰੋਸਪੈਕਟਸ ਦੀ ਗੱਲ ਕਰਾਂ, ਸਕੋਪ ਦੀ ਗੱਲ ਕਰਾਂ, ਤੇ ਬਹੁਤ ਜ਼ਿਆਦਾ ਵਾਸਟ ਓਪਰਚੁਨਿਟੀਜ਼ ਉਹਦੇ ਕੋਲ ਅਵੇਲੇਬਲ ਨੇ ਕਿਉਂਕਿ ਕੰਟਰੀ ਆਪਣੇ ਆਪ 'ਚ ਹੀ ਇੱਕ ਬਹੁਤ ਵੱਡਾ ਹੈ। ਫਿਰ ਗੱਲ ਆਉਂਦੀ ਹੈ ਜੀ UK ਨੂੰ ਲੈ ਕੇ। ਹੁਣ UK ਦੀ ਜਦੋਂ ਗੱਲ ਕਰਦੇ ਹਾਂ ਤਾਂ ਇੱਥੇ ਵੀ ਸਟੂਡੈਂਟ ਵਿਦ ਆਇਲਸ ਅਪਲਾਈ ਕਰਦਾ ਹੈ, ਵਿਦਆਊਟ ਆਇਲਸ ਕਰਦਾ ਹੈ, MOI ਬੇਸਿਸ ਤੇ ਕਰਦਾ ਹੈ। ਔਰ ਖਾਸ ਤੌਰ ਤੇ ਜਦੋਂ ਸਪਾਊਸ ਐਪਲੀਕੇਸ਼ਨ ਦੀ ਗੱਲ ਆਉਂਦੀ ਹੈ ਜਿਹਦੇ ਵਿੱਚ ਕੈਨੇਡਾ, ਆਸਟ੍ਰੇਲੀਆ ਔਰ US ਇਹਦੇ ਤੋਂ ਪਿੱਛੇ ਰਹਿ ਜਾਂਦੇ ਨੇ। ਸਟੂਡੈਂਟ ਗ੍ਰੈਜੂਏਟ ਹੈ, ਮਾਸਟਰਸ ਪ੍ਰੋਗਰਾਮ ਨਹੀਂ ਜਾ ਰਿਹਾ ਔਰ ਉਹਦੇ ਸਪਾਊਸ ਦੀ ਗੱਲ ਕੀਤੀ ਜਾਵੇ ਤਾਂ ਆਲਮੋਸਟ 100% ਵਰਗਾ ਸਕਸੈਸ ਰੇਟ ਜਿਹੜਾ ਆਪਾਂ UK 'ਚ ਦੇਖ ਸਕਦੇ ਹਾਂ ਸਪਾਊਸ ਐਪਲੀਕੇਸ਼ਨ ਤੇ। ਇਰਰਿਸਪੈਕਟਿਵ ਅਗਰ ਉਹਨਾਂ ਨੇ ਕੋਈ ਇਮੀਗ੍ਰੇਸ਼ਨ ਹਿਸਟਰੀ ਦੇ ਵਿੱਚ ਕੋਈ ਆਪਣੇ ਚੀਜ਼ਾਂ ਲੁਕਾ ਕੇ ਰੱਖੀਆਂ ਨੇ ਜਾਂ ਕਿਸੇ ਵੀ ਇਨਫੋਰਮੇਸ਼ਨ ਨੂੰ ਲੈ ਕੇ ਮਿਸਲੀਡ ਕੀਤਾ ਤਾਂ ਉੱਥੇ ਪ੍ਰੋਬਲਮ ਹੋ ਸਕਦੀ ਹੈ। ਇਸ ਤੋਂ ਬਾਅਦ ਕੋਈ ਦਿੱਕਤ ਨਹੀਂ ਹੈ। ਸੋ UK ਹਰ ਇੱਕ ਸਟੂਡੈਂਟ 50% ਪਲੱਸ ਤੋਂ ਐਡਮਿਸ਼ਨ ਰਿਕੁਆਇਰਮੈਂਟਸ ਸ਼ੁਰੂ ਹੋ ਜਾਂਦੀਆਂ ਨੇ। 8 ਤੋਂ 10 ਸਾਲ ਤੱਕ ਦਾ ਗੈਪ ਹੈ। ਵਿਦ ਆਇਲਸ, ਵਿਦਆਊਟ ਆਇਲਸ, PTE, UKVI, ਡੋਲਿੰਗੋ, ਬਹੁਤ ਸਾਰੇ ਇੰਗਲਿਸ਼ ਦੇ ਜਿਹੜੇ ਟੈਸਟ ਨੇ ਉੱਥੇ ਉਹ ਅਸੈਪਟਡ ਨੇ। ਸੋ ਡੈਫੀਨੇਟਲੀ ਇਹ ਦੋ ਕੰਟਰੀਜ਼ ਇਦਾਂ ਨੇ ਜਿਹਦੇ ਵਿੱਚ ਤੁਸੀਂ ਆਪਣੀਆਂ ਐਪਲੀਕੇਸ਼ਨਸ ਦੀ ਕੰਪੈਟੀਬਿਲਿਟੀ ਨੂੰ ਦੇਖਣ ਤੋਂ ਬਾਅਦ ਤੁਸੀਂ ਪ੍ਰੋਸੀਡ ਕਰ ਸਕਦੇ ਹੋ।
ਸੋ ਬਹੁਤ ਸਾਰੀਆਂ ਚੀਜ਼ਾਂ ਪ੍ਰੋਫਾਈਲ ਤੇ ਵੀ ਡਿਪੈਂਡ ਕਰਦੀਆਂ। ਤੁਸੀਂ ਆਬਵੀਅਸਲੀ ਭਾਜੀ, ਆਬਵੀਅਸਲੀ ਪ੍ਰੋਫਾਈਲ ਦੇ ਉੱਤੇ ਵੀ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ। ਤੁਹਾਡੀਆਂ ਅਕੈਡਮਿਕ ਕ੍ਰੈਡੀਬਿਲਿਟੀਜ਼ ਕੀ ਨੇ, ਇੰਗਲਿਸ਼ ਕ੍ਰੈਡੀਬਿਲਿਟੀਜ਼ ਕੀ ਨੇ, ਗੈਪ ਕੀ ਹੈ। ਸੋ ਇਹ ਸਾਰੇ ਫੈਕਟਰਸ ਤੇ ਆਪਾਂ ਨੂੰ ਦੇਖਣੇ ਪੈਂਦੇ ਨੇ। ਸੋ ਜੇ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਤੁਸੀਂ ਸਲਾਹ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।